हेलो गाइस, मेरा नाम है रमनदीप ਤੇ मैं ਅੱਜ ਗੱਲ ਕਰਨ ਲੱਗਿਆ ਸਪਾਊਸਲ ਆਊਟਲੈਂਡ ਐਪਲੀਕੇਸ਼ਨਸ ਜਿਨ੍ਹਾਂ ਦੇ ਸਪਾਊਸ ਇੰਡੀਆ ਦੇ ਵਿੱਚ ਨੇ ਜਾਂ ਕਿਸੇ ਹੋਰ ਕੰਟਰੀ 'ਚ ਨੇ ਜਿਹੜੇ ਕਿ ਜਿਨ੍ਹਾਂ ਕੋਲ ਕੈਨੇਡਾ ਦਾ ਕੋਈ ਸਟੇਟਸ ਨਹੀਂ ਹੈਗਾ ਜਾਂ ਵਿਜ਼ਟਰ ਵੀਜ਼ੇ ਜਾਂ ਸਪਾਊਸ ਵੀਜ਼ਾ ਜਾਂ ਕੋਈ ਹੋਰ ਵੀਜ਼ੇ ਦੇ ਕੈਨੇਡਾ ਦੇ ਵਿੱਚ ਨਹੀਂ ਹੈਗੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਹੜਾ ਫਾਰਮ ਆਪਾਂ ਨੂੰ ਲੋੜ ਹੈ। ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰਨਾ ਹੈਗਾ ਐਪਲੀਕੇਸ਼ਨ ਟੂ ਸਪਾਂਸਰਸ਼ਿਪ ਐਗਰੀਮੈਂਟ ਐਂਡ ਅੰਡਰਟੇਕਿੰਗ IMM 1344। ਦੂਜਾ ਨੰਬਰ ਜਿਹੜਾ ਫਾਰਮ ਹੈਗਾ ਉਹ ਹੈਗਾ ਐਪਲੀਕੇਸ਼ਨ ਫੀਸ ਦਾ। ਐਪਲੀਕੇਸ਼ਨ ਫੀਸ ਜਿਹੜੀ ਹੈ ਉਹ ਤੁਸੀਂ ਆਨਲਾਈਨ ਇਹਦੀ ਫਿਲ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਫਾਈਨੈਂਸ਼ੀਅਲ ਇਵੈਲੂਏਸ਼ਨ ਦਾ ਫਾਰਮ ਜਿਹੜਾ ਹੈਗਾ ਉਹ ਹੈਗਾ ਵਾ IMM 1283। ਇਹ ਫਾਰਮ ਜਿਹੜਾ ਤੁਸੀਂ ਇਹ ਫਿਲ ਆਊਟ ਕਰਨਾ ਵਾ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਡਿਪੈਂਡੈਂਟ ਹੈਗਾ, ਜਿਵੇਂ ਜਿਨ੍ਹਾਂ ਦਾ ਕੋਈ ਚਿਲਡਰਨ ਹੈ, ਕੋਈ ਬੱਚਾ ਉਹਨਾਂ ਦਾ ਕੋਈ ਡਿਪੈਂਡੈਂਟ ਚਿਲਡਰਨ ਹੈਗਾ, ਉਹਨੂੰ ਤੁਸੀਂ ਨਾਲ ਆਪਣੇ ਸਪਾਂਸਰ ਕਰਨਾ ਵਾ, ਉਹ ਉਹਨਾਂ ਵਾਸਤੇ ਇਹ ਫਾਰਮ ਆ, ਨਹੀਂ ਤਾਂ ਤੁਹਾਨੂੰ ਇਹਦੀ ਬਿਲਕੁਲ ਲੋੜ ਨਹੀਂ ਹੈਗੀ। ਅਗਲਾ ਹੈਗਾ ਕਲਾਸ ਆਫ ਐਪਲੀਕੇਸ਼ਨ, ਵੀ ਤੁਸੀਂ ਜਿਹੜੀ ਆਪਣੀ ਜਿਹੜਾ ਸਪਾਊਸ ਹੈਗਾ ਤੁਹਾਡਾ ਕਰੰਟਲੀ ਕਿੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ ਜਾਂ ਇੰਡੀਆ ਦੇ ਵਿੱਚ ਰਹਿ ਰਿਹਾ ਜਾਂ ਕਿਸੇ ਹੋਰ ਕੰਟਰੀ 'ਚ ਰਹਿ ਰਿਹਾ ਉਹ ਆਪਾਂ ਨੂੰ ਇਸ ਫਾਰਮ ਵਿੱਚ ਦੱਸਣਾ ਪੈਂਦਾ ਹੈ। ਇਹਦੇ ਵਿੱਚ ਤੁਸੀਂ ਜਿਵੇਂ ਕਿ ਹੁਣ ਮੇਰਾ ਸਪਾਊਸ ਹੈ, ਮੈਂ ਹੁਣੇ 2 ਮਹੀਨੇ ਪਹਿਲਾਂ ਵਿਆਹ ਕਰਾ ਕੇ ਆਇਆ ਇੰਡੀਆ ਤੋਂ, ਤੇ ਉਹ ਮੇਰਾ ਸਪਾਊਸ ਇੰਡੀਆ ਦੇ ਵਿੱਚ ਹੈ ਤੇ ਮੈਨੂੰ ਇੱਥੇ ਟਿਕ ਕਰਨਾ ਪਿਆ ਆਈ ਐਮ ਕਰੰਟਲੀ ਲਿਵਿੰਗ ਆਊਟਸਾਈਡ ਕੈਨੇਡਾ ਐਂਡ ਆਈ ਐਮ ਅਪਲਾਈਂਗ ਅੰਡਰ ਫੈਮਿਲੀ ਕਲਾਸ। ਤੇ ਇਸ ਕਰਕੇ ਆਪਾਂ ਨੂੰ ਇਸ ਨੂੰ ਟਿਕ ਕਰਨਾ ਪੈਣਾ, ਜਿਹੜਾ ਆਪਣਾ ਕਾਲਮ ਨੰਬਰ 5 ਹੈ ਇਹਦੇ ਵਿੱਚ ਇਹਨੂੰ ਟਿਕ ਕਰਨਾ ਆਪਾਂ। ਅਗਲਾ ਜਿਹੜਾ ਹੈਗਾ ਫਾਰਮ ਨੰਬਰ 6 ਨੰਬਰ ਫਾਰਮ ਦੇ ਵਿੱਚ ਤੁਸੀਂ ਜੈਨਰਿਕ ਐਪਲੀਕੇਸ਼ਨ ਫਾਰਮ ਫॉर ਕੈਨੇਡਾ, ਇਹ ਹੈਗਾ IMM 0008। ਇਹ ਫਾਰਮ ਤੁਸੀਂ ਫਿਲ ਆਊਟ ਕਰਨਾ ਵਾ। ਇਹਦੇ ਵਿੱਚ ਤੁਸੀਂ ਸਾਰੇ ਪ੍ਰਿੰਸੀਪਲ ਐਪਲੀਕੈਂਟ ਦੀ ਸਾਰੀ ਇਨਫੋਰਮੇਸ਼ਨ ਪਾਉਣੀ ਹੈ। ਪ੍ਰਿੰਸੀਪਲ ਐਪਲੀਕੈਂਟ ਦਾ ਮਤਲਬ ਇਹ ਹੈ ਕਿ ਜਿਹੜੇ ਤੁਹਾਡੇ ਸਪਾਊਸ ਨੇ ਇੰਡੀਆ ਦੇ ਵਿੱਚ ਨੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਨੇ ਉਹਨਾਂ ਨੇ ਇਹ ਫਾਰਮ ਉਹਨਾਂ ਨੇ ਭਰਨਾ ਹੈ। ਜਿਹੜੇ ਤੁਹਾਨੂੰ ਸਪਾਂਸਰ ਕਰ ਰਹੇ ਆ, ਜਿਹੜਾ ਬੰਦਾ ਤੁਹਾਨੂੰ ਜਿਵੇਂ ਕੈਨੇਡਾ ਵਿੱਚ ਤੁਹਾਨੂੰ ਕੋਈ ਸਪਾਂਸਰ ਕਰ ਰਿਹਾ ਉਹਨੇ ਨਹੀਂ ਇਹ ਫਾਰਮ ਭਰਨਾ। ਇਹ ਸਿਰਫ ਤੁਸੀਂ ਜੈਨਰਿਕ ਫਾਰਮ ਜਿਹੜੇ ਤੁਹਾਡੇ ਸਪਾਊਸ ਇੰਡੀਆ ਦੇ ਵਿੱਚ ਨੇ ਉਹਨਾਂ ਵੱਲੋਂ ਭਰਿਆ ਜਾਣਾ ਇਹ ਫਾਰਮ। ਤੇ ਅਗਲਾ ਹੈਗਾ ਕੰਟਰੀ ਸਪੈਸੀਫਿਕ ਰਿਕੁਆਇਰਮੈਂਟ। ਇਹ ਰਿਕੁਆਇਰਮੈਂਟਾਂ ਜਿਹੜੀਆਂ ਹੈਗੀਆਂ ਨੇ ਇਹ ਤੁਹਾਨੂੰ CIC ਦੀ ਵੈਬਸਾਈਟ ਤੇ ਤੁਸੀਂ ਚੈੱਕ ਕਰਨਾ ਕਿ ਤੁਹਾਨੂੰ ਤੁਹਾਡੀ ਕੰਟਰੀ ਲਈ ਹੋਰ ਕੋਈ ਚੀਜ਼ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਅਗਲਾ 8 ਨੰਬਰ ਫਾਰਮ ਜਿਹੜਾ ਹੈਗਾ ਉਹ ਹੈਗਾ ਐਡੀਸ਼ਨਲ ਫੈਮਿਲੀ ਇਨਫੋਰਮੇਸ਼ਨ IMM 5406। ਇਹ ਜਿਹੜਾ ਫਾਰਮ ਹੈ ਇਹਦੇ ਵਿੱਚ ਤੁਹਾਡੀ ਸਾਰੀ ਜਿਹੜਾ ਤੁਹਾਡਾ ਸਪਾਊਸ ਹੈ ਇੰਡੀਆ ਦੇ ਵਿੱਚ ਆ ਜਾਂ ਹੋਰ ਕਿਸੇ ਕੰਟਰੀ, ਤੁਸੀਂ ਸਾਰੀ ਉਹਦੀ ਫੈਮਿਲੀ ਇਨਫੋਰਮੇਸ਼ਨ ਪਾਉਣੀ ਹੈ। ਜਿੱਦਾਂ ਕਿ ਉਹਨਾਂ ਦੇ ਸਪਾਊਸ ਦਾ ਜੋ ਤੁਹਾਡੇ ਸਪਾਊਸ ਦੀ ਮਦਰ ਹੋ ਗਈ, ਤੁਹਾਡੇ ਸਪਾਊਸ ਦਾ ਫਾਦਰ ਹੋ ਗਏ, ਉਹਨਾਂ ਦੇ ਜਿਹੜੇ ਹੈਗੇ ਨੇ ਅੱਗੇ ਤੁਹਾਡੇ ਸਿਸਟਰ ਨੇ, ਸਿਬਲਿੰਗਸ ਜਿਹੜੇ ਨੇ, ਸਿਸਟਰ ਹੋ ਗਈ, ਬ੍ਰਦਰ ਹੋ ਗਏ, ਜਾਂ ਤੁਹਾਡੇ ਹੋਰ ਕੋਈ ਤੁਹਾਡਾ ਰਿਲੇਟਿਵ ਹੈਗਾ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਕਲੋਜ਼ ਆ, ਉਹਦੀ ਇਨਫੋਰਮੇਸ਼ਨ ਤੁਸੀਂ ਪਾਣੀ ਹੁੰਦੀ ਹੈ। ਤੇ ਅਗਲਾ ਜਿਹੜਾ ਫਾਰਮ ਹੈਗਾ ਸਕੈਜੂਲ A ਬੈਕਗਰਾਊਂਡ ਡੈਕਲੇਰੇਸ਼ਨ ਫਾਰਮ ਹੈ। ਇਹ ਵੀ ਤੁਸੀਂ ਪ੍ਰਿੰਸੀਪਲ ਐਪਲੀਕੈਂਟ ਜਿਹੜਾ ਤੁਹਾਡਾ ਹੁੰਦਾ ਹੈ, ਜਿਹੜਾ ਕਿ ਤੁਹਾਡਾ ਸਪਾਊਸ ਇੰਡੀਆ ਜਿਹਨੂੰ ਤੁਸੀਂ ਸਪਾਂਸਰ ਕਰ ਰਹੇ ਹੋ, ਇਹ ਵੀ ਉਹਨਾਂ ਵੱਲੋਂ ਹੀ ਭਰਿਆ ਜਾਣਾ ਵਾ। ਤੇ ਇਹਦਾ ਫਾਰਮ ਦਾ ਨੰਬਰ ਹੈਗਾ IMM 5669। ਤੇ ਇਹ ਫਾਰਮ ਵੀ ਤੁਸੀਂ ਭਰ ਕੇ ਇਹਨੂੰ ਤੁਸੀਂ ਸਾਈਨ ਕਰਨੇ ਆ ਥੱਲੇ ਇਹਦੇ। ਅਗਲਾ ਜਿਹੜਾ ਮੇਨ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਫਾਰਮ ਹੈਗਾ ਉਹ ਤੁਸੀਂ ਭਰਨਾ, ਦੋਨਾਂ ਵੱਲੋਂ ਭਰਿਆ ਜਾਣਾ ਇਹ, ਸਪਾਂਸਰ ਤੇ ਪ੍ਰਿੰਸੀਪਲ ਐਪਲੀਕੈਂਟ। ਸਪਾਂਸਰ ਜਿਹੜਾ ਤੁਹਾਨੂੰ ਕੈਨੇਡਾ ਤੋਂ ਸਪਾਂਸਰ ਕਰ ਰਿਹਾ ਹੈ ਕੈਨੇਡਾ ਦੇ ਵਿੱਚ, ਤੇ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈਗਾ ਜਿਹੜਾ ਕਿ ਤੁਸੀਂ ਇੰਡੀਆ ਤੋਂ ਜਿਹਨੂੰ ਤੁਸੀਂ ਬੁਲਾ ਰਹੇ ਹੋ ਉਹ ਪ੍ਰਿੰਸੀਪਲ ਐਪਲੀਕੈਂਟ ਉਹਨੂੰ ਮੰਨਿਆ ਜਾਂਦਾ ਹੈ। ਇਹ ਨੰਬਰ 10 ਫਾਰਮ ਹੈ ਰਿਲੇਸ਼ਨਸ਼ਿਪ ਇਨਫੋਰਮੇਸ਼ਨ ਐਂਡ ਸਪਾਂਸਰਸ਼ਿਪ ਇਵੈਲੂਏਸ਼ਨ। ਇਹ ਫਾਰਮ ਦਾ ਨੰਬਰ ਹੈਗਾ IMM 5532। ਜਿਹੜਾ ਇਹ ਫਾਰਮ ਦੇ ਵਿੱਚ ਆਪਾਂ ਨੂੰ ਡਿਟੇਲ ਦੱਸਣੀ ਪੈਂਦੀ ਹੈ ਕਿ ਆਪਾਂ ਵਿਆਹ ਸਾਰੀ ਸਟੋਰੀ ਬਣਾ ਕੇ ਦੱਸਣੀ ਪੈਣੀ ਹੈ ਕਿ ਆਪਣੇ ਕਿਹੜੇ ਟਾਈਮ ਤੇ ਕਦੋਂ ਵਿਆਹ ਹੋਇਆ ਸੀ, ਕਿਹੜੀ ਤਰੀਕ ਨੂੰ ਵਿਆਹ ਹੋਇਆ ਸੀਗਾ, ਆਪਣੇ ਸਪਾਊਸ ਨਾਲ ਕਿੱਥੇ ਵਿਆਹ ਹੋਇਆ ਸੀਗਾ, ਤੇ ਆਪਾਂ ਨੂੰ ਕਿਸੇ ਨੇ ਇਹਦੇ ਨਾਲ ਮਿਲਾਇਆ ਸੀਗਾ, ਸਪਾਊਸ ਨਾਲ ਪਹਿਲਾਂ ਤੋਂ ਜਾਣਦੇ ਸੀ ਨਹੀਂ ਜਾਣਦੇ ਸੀਗੇ, ਤੇ ਆਪਾਂ ਵਿਆਹ ਦੇ ਵਿੱਚ ਆਪਾਂ ਕਿਹੜੀ ਸੈਰੇਮਨੀ ਕੀਤੀ, ਜਿਵੇਂ ਆਪਾਂ ਰਿੰਗ ਸੈਰੇਮਨੀ ਕਰਦੇ ਆ ਜਾਂ ਹੋਰ ਕੋਈ ਵੈਡਿੰਗ ਸੈਰੇਮਨੀ ਹੁੰਦੀ ਹੈ ਗੁਰਦੁਆਰੇ ਦੇ ਵਿੱਚ ਜਾਂ ਹੁੰਦਾ ਜਾਂ ਆਪਣਾ ਮੰਦਿਰ ਦੇ ਵਿੱਚ ਹੁੰਦਾ, ਕੁਝ ਵੀ ਕਿਤੇ ਵੀ ਹੁੰਦਾ, ਉਹ ਸਾਰੀ ਆਪਾਂ ਨੂੰ ਸਟੋਰੀ ਬਣਾ ਕੇ ਦੱਸਣਾ ਪੈਂਦਾ ਵੀ ਆਪਾਂ ਕਿੱਦਾਂ ਉਹਨਾਂ ਨੂੰ ਫੈਮਿਲੀ ਨੂੰ ਮਿਲੇ ਸੀਗੇ, ਉਹਨੂੰ ਕਿਹਦੇ ਥਰੂ ਮਿਲੇ ਸੀਗੇ, ਸਾਰੀ A to Z ਡਿਟੇਲ ਦੱਸਣੀ ਹੁੰਦੀ ਹੈ ਇਹਦੇ ਵਿੱਚ। ਕਿ ਆਪਾਂ ਰੋਕਾ ਸੈਰੇਮਨੀ ਆਹ ਦਿਨ ਕੀਤੀ ਸੀਗੀ, ਡੇਟ ਡਿਸਾਈਡ ਕਰਕੇ ਫਿਰ ਅਸੀਂ ਰਿੰਗ ਸੈਰੇਮਨੀ ਆਹ ਦਿਨ ਕੀਤੀ, ਰਿੰਗ ਸੈਰੇਮਨੀ ਕਿੱਥੇ ਹੋਈ, ਆਪਣਾ ਵੈਨਿਊ ਕਿਹੜਾ ਸੀਗਾ, ਕਿੰਨੇ ਗੈਸਟ ਆਏ ਸੀਗੇ, ਕਿੰਨੇ ਵਜੇ ਹੋਇਆ ਸੀਗਾ, ਕਿਹੜੇ ਵੈਨਿਊ ਤੇ ਕੀਤਾ ਸੀਗਾ, ਹੋਰ ਇਨਫੋਰਮੇਸ਼ਨ ਜਿਵੇਂ ਕਿ ਵਿਆਹ ਤੋਂ ਬਾਅਦ ਕਿੱਥੇ ਰਹਿਣਾ ਰਹੇ ਹੋ ਜਾਂ ਤੁਸੀਂ ਕਿਤੇ ਘੁੰਮਣ ਗਏ ਸੀਗੇ, ਉਸ ਤੋਂ ਹਨੀਮੂਨ ਤੁਸੀਂ ਕਿੱਥੇ ਆਪਣਾ ਮਨਾਇਆ, ਇਹ ਸਾਰੀ ਸਟੋਰੀ ਇਸ ਫਾਰਮ ਦੇ ਵਿੱਚ ਆਣੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਫਾਰਮ ਹੈ ਰਿਲੇਸ਼ਨਸ਼ਿਪ ਇਨਫੋਰਮੇਸ਼ਨ ਸਪਾਂਸਰਸ਼ਿਪ ਇਵੈਲੂਏਸ਼ਨ ਫਾਰਮ ਨੰਬਰ 10। ਫਾਰਮ ਨੰਬਰ ਹੈਗਾ IMM 5532। ਇਸ ਫਾਰਮ ਦੇ ਉੱਤੇ ਦੋਨਾਂ ਨੇ ਸਪਾਂਸਰ ਜਿਹੜਾ ਤੁਹਾਨੂੰ ਕਰ ਰਿਹਾ ਤੇ ਪ੍ਰਿੰਸੀਪਲ ਐਪਲੀਕੈਂਟ ਜਿਹਨੂੰ ਆਪਾਂ ਸਪਾਂਸਰ ਕਰ ਰਹੇ ਹਾਂ, ਦੋਨਾਂ ਦੇ ਸਿਗਨੇਚਰ ਹੋਣੇ ਆ ਇਸ ਫਾਰਮ ਦੇ ਉੱਤੇ।
ਤੇ ਅਗਲਾ ਫਾਰਮ ਹੈਗਾ ਫਾਰਮ ਨੰਬਰ 11 ਯੂਜ਼ ਆਫ ਰਿਪਰੈਜ਼ੈਂਟੇਟਿਵ ਫਾਰਮ, ਜਿਹੜਾ ਹੈਗਾ IMM 5476। ਇਹ ਆਪਾਂ ਫਾਰਮ ਉਹਨਾਂ ਬੰਦਿਆਂ ਨੇ ਭਰਨਾ ਜਿਹੜੇ ਬੰਦੇ ਕਿਸੇ ਤੋਂ ਫਾਈਲ ਜਿਵੇਂ ਲਗਵਾ ਰਹੇ, ਜਿਵੇਂ ਕਿਸੇ ਏਜੰਟ ਨੂੰ ਹਾਇਰ ਕੀਤਾ ਉਹਨਾਂ ਨੇ, ਜਾਂ ਜਿਹਨੂੰ ਇਹ ਪੇ ਕਰ ਰਹੇ ਨੇ, ਜਾਂ ਕਿਸੇ ਨੂੰ ਪੇ ਨਹੀਂ ਵੀ ਕਰ ਰਹੇ, ਆਪਾਂ ਉਹਦੀ ਹੈਲਪ ਲੈ ਰਹੇ ਹਾਂ। ਇਹ ਉਹਨਾਂ ਦੀ ਇਨਫੋਰਮੇਸ਼ਨ ਇਹ ਫਾਰਮ ਦੇ ਵਿੱਚ ਭਰਨੀ ਹੁੰਦੀ ਹੈ। ਪਰ ਮੇਰੇ ਕੇਸ ਦੇ ਵਿੱਚ ਮੈਂ ਕਿਸੇ ਨੂੰ ਹਾਇਰ ਨਹੀਂ ਕੀਤਾ। ਤੁਸੀਂ ਕਿਸੇ ਨੂੰ ਨਹੀਂ ਅਪੁਆਇੰਟ ਕਰ ਰਹੇ, ਤੁਸੀਂ ਇਹਦੇ ਤੇ ਇੱਥੇ ਟਿਕ ਕਰ ਦੇਣਾ I am not appointing a representative। ਤੇ ਅਗਲਾ ਜਿਹੜਾ ਫਾਰਮ ਹੈਗਾ ਫਾਰਮ ਨੰਬਰ 12 ਅਥਾਰਟੀ ਟੂ ਰਿਲੀਜ਼ ਪਰਸਨਲ ਇਨਫੋਰਮੇਸ਼ਨ ਟੂ ਡੈਜ਼ਿਗਨੇਟਡ ਇੰਡੀਵਿਜੂਅਲ। ਜੇ ਤੁਸੀਂ ਕਿਸੇ ਨੂੰ ਇਸ ਆਪਣੀ ਐਪਲੀਕੇਸ਼ਨ ਬਾਰੇ ਕਿਸੇ ਨੂੰ ਅਥਾਰਟੀ ਦੇਣਾ ਚਾਹੁੰਦੇ ਹੋ ਵੀ ਮੇਰੀ ਐਪਲੀਕੇਸ਼ਨ ਦਾ ਸਟੇਟਸ ਜਿਹੜਾ ਹੈਗਾ ਆ ਉਹ ਕਿਸੇ ਹੋਰ ਨੂੰ ਦੱਸਣਾ ਚਾਹੁੰਦੇ ਹੋ ਵੀ ਇਹ ਮੇਰੇ ਤੋਂ ਇਲਾਵਾ ਇਹਨੂੰ ਵੀ ਪਤਾ ਲੱਗ ਸਕੇ ਕਿ ਮੇਰੀ ਇਨਫੋਰਮੇਸ਼ਨ ਮੇਰੀ ਐਪਲੀਕੇਸ਼ਨ ਵਿੱਚ ਕੀ ਚੱਲਦਾ ਪਿਆ, ਕਿੱਥੇ ਤੱਕ ਮੇਰੀ ਐਪਲੀਕੇਸ਼ਨ ਪਹੁੰਚ ਗਈ ਹੈ, ਤੁਸੀਂ ਉਸ ਬੰਦੇ ਦੀ ਤੁਸੀਂ ਡਿਟੇਲ ਵਿੱਚ ਪਾ ਸਕਦੇ ਹੋ। ਤੁਸੀਂ ਇਹਨੂੰ ਆਥੋਰਾਈਜ਼ ਕਰ ਸਕਦੇ ਹੋ ਉਸ ਬੰਦੇ ਨੂੰ। ਤੁਸੀਂ ਇੱਥੇ ਟਿਕ ਕਰ ਸਕਦੇ ਹੋ ਕਿ I want to authorize IRCC to release personal information to designated individual। ਜੇ ਨਹੀਂ ਦੇਣਾ ਚਾਹੁੰਦੇ ਸਿੱਧਾ ਤੁਸੀਂ ਸਿਰਫ ਇੱਥੇ ਲਿਖ ਦੇਣਾ, ਕਰ ਦੇਣਾ, ਟਿਕ ਕਰ ਦੇਣਾ ਕਿ ਨਾਟ ਐਪਲੀਕੇਬਲ, ਵੀ ਮੈਂ ਕਿਸੇ ਨੂੰ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ। ਹੁਣ ਆ ਗਿਆ ਪਾਰਟ ਬੀ। ਪਾਰਟ ਬੀ ਦੇ ਜਿਹੜੇ ਸਪੋਰਟਿੰਗ ਡਾਕੂਮੈਂਟ ਜਿਹੜੇ ਆਪਾਂ ਨੂੰ ਚਾਹੀਦੇ ਨੇ, ਉਹ ਚਾਹੀਦੇ ਆਪਾਂ ਨੂੰ ਸਪਾਂਸਰ ਵੱਲੋਂ, ਜਿਹੜਾ ਤੁਹਾਨੂੰ ਬੰਦਾ ਸਪਾਂਸਰ ਕਰ ਰਿਹਾ। ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਜਾਣਾ, ਤੁਹਾਡਾ ਹਸਬੈਂਡ ਜਾਂ ਤੁਹਾਡੀ ਵਾਈਫ ਕੈਨੇਡਾ ਦੇ ਵਿੱਚ ਹੈਗੀ ਆ, ਇਹ ਸਾਰੇ ਡਾਕੂਮੈਂਟ ਉਹਨਾਂ ਵੱਲੋਂ ਆਉਣੇ ਆ ਪਾਰਟ ਬੀ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਕਿ ਪਾਰਟ ਬੀ ਦਾ ਜਿਹੜਾ ਸਭ ਤੋਂ ਪਹਿਲਾਂ ਡਾਕੂਮੈਂਟ, ਫਸਟ ਡਾਕੂਮੈਂਟ ਹੈਗਾ, ਉਹ ਤੁਹਾਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਸਟੇਟਸ ਕੀ ਆ ਕੈਨੇਡਾ ਦੇ ਵਿੱਚ। ਤੁਹਾਡੇ ਸਪਾਂਸਰ ਜਿਹੜਾ ਤੁਹਾਨੂੰ ਬੰਦਾ ਕਰ ਰਿਹਾ ਉਹਦਾ ਕੈਨੇਡਾ ਦੇ ਵਿੱਚ ਸਟੇਟਸ ਕੀ ਹੈਗਾ। ਤੁਸੀਂ ਤੁਹਾਡੇ ਕੋਲ PR ਕਾਰਡ ਹੈ ਜਾਂ ਤੁਹਾਡੇ ਕੋਲ ਤੁਸੀਂ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੈਗੀ ਹੈ, ਤੁਹਾਡੇ ਕੋਲ ਕੈਨੇਡਾ ਦਾ ਪਾਸਪੋਰਟ ਹੈ, ਉਹ ਤੁਸੀਂ ਦੱਸਣਾ ਉਹਦੇ ਵਿੱਚ ਵੀ ਤੁਹਾਡੇ ਕੋਲ ਕੀ ਹੈ। ਤੁਸੀਂ ਜੇ ਤੁਹਾਡੇ ਕੋਲ PR ਕਾਰਡ ਹੈ, ਤੁਸੀਂ PR ਕਾਰਡ ਦੀ ਆਪਣੀ ਫੋਟੋਕਾਪੀ ਨਾਲ ਲਗਾਉਣੀ ਹੈ। ਉਹਦੇ 'ਤੇ ਤੁਸੀਂ ਟਿਕ ਕਰਨਾ ਕਿ ਮੈਂ I am a permanent resident of Canada। ਤੁਸੀਂ ਇਹ ਉਹਦੇ ਵਿੱਚ ਨਾਲ ਤੁਸੀਂ ਲਗਾਉਣਾ ਹੈ ਤੇ ਨਾਲ ਫੋਟੋਕਾਪੀ ਲਾਣੀ ਹੈ ਪਰਮਨੈਂਟ ਰੈਜ਼ੀਡੈਂਟ ਕਾਰਡ ਦੀ। ਜੇ ਤੁਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੈਗੀ ਆ, ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ, ਤੁਸੀਂ ਕੈਨੇਡੀਅਨ ਪਾਸਪੋਰਟ ਦੀ ਫੋਟੋਕਾਪੀ ਵੀ ਲਗਾ ਸਕਦੇ ਹੋ। ਇੱਕ ਚੀਜ਼ ਲਾਣੀ ਤੁਸੀਂ, ਚਾਹੇ PR ਕਾਰਡ ਦੀ ਕਾਪੀ ਲਗਾ ਲਓ, ਚਾਹੇ ਤੁਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਸਰਟੀਫਿਕੇਟ ਦੀ ਕਾਪੀ ਲਾ ਲਓ, ਜਾਂ ਤੁਸੀਂ ਲਾ ਦਿਓ ਕੈਨੇਡੀਅਨ ਪਾਸਪੋਰਟ ਦੀ ਕਾਪੀ। ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਤੁਸੀਂ ਲਗਾਣੀ ਹੈ ਤੇ ਜਿਹੜੀ ਚੀਜ਼ ਤੁਸੀਂ ਲਾ ਰਹੇ ਹੋ ਉਹ ਚੀਜ਼ ਤੁਸੀਂ ਇੱਥੇ ਟਿਕ ਕਰ ਦੇਣੀ ਵੀ ਮੈਂ ਸਿਟੀਜ਼ਨਸ਼ਿਪ ਸਰਟੀਫਿਕੇਟ ਲਾ ਰਿਹਾ, ਜਾਂ ਮੈਂ ਸਿਟੀਜ਼ਨਸ਼ਿਪ ਲਈ ਜਾਂ ਮੈਂ ਪਾਸਪੋਰਟ ਦੀ ਕਾਪੀ ਲਾ ਰਹੇ ਹਾਂ, PR ਕਾਰਡ ਦੀ ਕਾਪੀ ਲਾ ਰਹੇ ਹਾਂ। ਤੇ ਅਗਲਾ ਕੁਐਸਚਨ ਉਹਨਾਂ ਨੇ ਦੱਸਿਆ ਸੈਕਿੰਡ ਦੇ ਵਿੱਚ ਦੱਸਿਆ ਹੋਇਆ ਕਿ ਆਰ ਯੂ ਅ ਕੈਨੇਡੀਅਨ ਸਿਟੀਜ਼ਨ ਲਿਵਿੰਗ ਆਊਟਸਾਈਡ ਆਫ ਕੈਨੇਡਾ। ਜਿਹੜਾ ਬੰਦਾ ਤੁਹਾਨੂੰ ਸਪਾਂਸਰ ਕਰ ਰਿਹਾ ਹੈ ਕਿ ਉਹਦੇ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਉਹ ਬੰਦਾ ਜਿਹੜਾ ਵਾ ਕੈਨੇਡੀਅਨ ਸਿਟੀਜ਼ਨ ਹੈਗਾ ਪਰ ਉਹ ਰਹਿ ਰਿਹਾ ਕਿਸੇ ਹੋਰ ਕੰਟਰੀ ਦੇ ਵਿੱਚ। ਤੁਸੀਂ ਇਹ ਦੱਸਣਾ ਹੈ ਕਿ ਉਹ ਬੰਦਾ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਜਾਂ ਉਹ ਇੰਡੀਆ ਦੇ ਵਿੱਚ ਰਹਿ ਰਿਹਾ ਜਾਂ ਕਿਸੇ ਹੋਰ ਕੰਟਰੀ 'ਚ ਰਹਿ ਰਿਹਾ। ਤੀਜਾ ਜਿਹੜਾ ਕੁਐਸਚਨ ਹੈਗਾ, ਡੂ ਯੂ the sponsor and the person you are sponsoring have a children together who may have a claim to Canadian citizenship। ਹੁਣ ਜਿਨ੍ਹਾਂ ਦੇ ਤਾਂ ਡਿਪੈਂਡੈਂਟ ਚਿਲਡਰਨ ਨਾਲ ਹੈਗੇ ਨੇ, ਜਿਨ੍ਹਾਂ ਦਾ ਜਿਵੇਂ ਹੁਣ ਇੰਡੀਆ ਦੇ ਵਿੱਚ ਜਿਹਨੂੰ ਤੁਸੀਂ ਸਪਾਂਸਰ ਕਰ ਰਹੇ ਹੋ ਉਹਨਾਂ ਦਾ ਕੋਈ ਨਾਲ ਡਿਪੈਂਡੈਂਟ ਹੈਗਾ, ਉਹਨਾਂ ਦੇ ਪਹਿਲਾਂ ਕੋਈ ਬੱਚਾ ਹੈਗਾ, ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਉਹਦੇ ਬਾਰੇ ਦੱਸਣਾ ਕਰ ਦੇਣਾ। ਜੇ ਨਹੀਂ ਹੈਗਾ ਤੁਸੀਂ ਨੋ ਕਰ। ਜਿਵੇਂ ਹੁਣ ਮੇਰੇ ਕੇਸ ਦੇ ਵਿੱਚ ਤਾਂ ਨੋ ਹੈ ਕਿਉਂਕਿ ਮੇਰੀ ਫਸਟ ਮੈਰਿਜ ਹੈ ਤੇ ਇਸ ਕਰਕੇ ਕੋਈ ਮੇਰਾ ਡਿਪੈਂਡੈਂਟ ਚਾਈਲਡ ਨਹੀਂ ਹੈਗਾ ਤੇ ਇੱਥੇ ਮੈਂ ਨੋ ਕਰਤਾ। ਹੁਣ ਅਗਲਾ ਫਾਰਮ ਹੈਗਾ ਨੰਬਰ 4 ਪ੍ਰੀਵੀਅਸ ਰਿਲੇਸ਼ਨਸ਼ਿਪ। ਆਰ ਯੂ ਦਾ ਸਪਾਂਸਰ ਕਰੰਟਲੀ ਮੈਰਿਡ ਟੂ ਐਨੀਵਨ ਅਦਰ ਦੈਨ ਦਾ ਪਰਸਨ ਯੂ ਆਰ ਸਪਾਂਸਰਿੰਗ। ਤੁਸੀਂ ਆਲਰੇਡੀ ਪਹਿਲਾਂ ਵੀ ਕਿਸੇ ਨਾਲ ਹੋਰ ਵਿਆਹ ਕਰਾਇਆ ਹੋਇਆ, ਜਿਹਦੇ ਨਾਲ ਹੁਣ ਕਰਾਇਆ ਉਸ ਤੋਂ ਇਲਾਵਾ, ਤੇ ਤੁਸੀਂ ਯੈਸ ਕਰਨਾ ਜੇ ਤੁਹਾਡਾ ਹੈਗਾ, ਜੇ ਨਹੀਂ ਹੈ ਕਰਾਇਆ ਸੀ ਪਹਿਲਾਂ ਤਾਂ ਨੋ ਕਰ ਦੇਣਾ। ਅਗਲਾ ਫਾਰਮ ਜਿਹੜਾ ਹੈਗਾ ਉਹ 'ਚ ਦੱਸਣਾ ਤੁਸੀਂ ਹੈਵ ਯੂ ਦਾ ਸਪਾਂਸਰ ਪ੍ਰੀਵੀਅਸਲੀ ਬੀਨ ਸਪਾਂਸਰਡ ਯੋਰਸੈਲਫ ਫॉर ਪਰਮਨੈਂਟ ਰੈਜ਼ੀਡੈਂਸ। ਜਿਹੜਾ ਹੁਣ ਸਪਾਂਸਰ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਇੰਡੀਆ ਤੋਂ, ਇਹ ਉਹਦੇ ਬਾਰੇ ਗੱਲ ਕਰ ਰਹੇ ਨੇ ਕਿ ਉਸ ਬੰਦੇ ਨੂੰ ਵੀ ਕਦੀ ਕਿਸੇ ਨੇ ਸਪਾਂਸਰ ਕੀਤਾ ਸੀਗਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਕੈਨੇਡਾ ਆਉਣ ਵਾਸਤੇ। ਜੇ ਤੁਸੀਂ ਆਏ ਸੀਗੇ ਤਾਂ ਯੈਸ ਕਰ ਦੇਣਾ, ਜੇ ਨਹੀਂ ਆਏ ਸੀ ਤੁਸੀਂ ਨੋ ਕਰ ਦੇਣਾ। ਜਿਵੇਂ ਮੇਰੇ ਕੇਸ ਦੇ ਵਿੱਚ ਮੈਂ ਕਿਸੇ ਨਾਲ ਵੀ ਸਪਾਂਸਰ ਪਹਿਲਾਂ ਨਹੀਂ ਹੋ ਕੇ ਆਇਆ, ਇਸ ਕਰਕੇ ਮੈਂ ਨੋ ਕੀਤਾ। ਹੈਵ ਯੂ ਦਾ ਸਪਾਂਸਰ ਐਵਰ ਬੀਨ ਪ੍ਰੀਵੀਅਸਲੀ ਮੈਰਿਡ। ਹੁਣ ਦਾ ਸਪਾਂਸਰ ਬਾਰੇ ਗੱਲ ਹੋ ਰਹੀ ਹੈ ਕਿ ਜਿਹੜਾ ਸਪਾਂਸਰ ਤੁਹਾਨੂੰ ਕਰ ਰਿਹਾ ਇੰਡੀਆ ਤੋਂ, ਉਹ ਬੰਦੇ ਦਾ ਵੀ ਪਹਿਲਾਂ ਕਿਸੇ ਨਾਲ ਵਿਆਹ ਹੋਇਆ ਸੀ ਕਿ ਨਹੀਂ ਹੋਇਆ ਸੀ। ਜੇ ਤੁਹਾਡਾ ਹੋਇਆ ਸੀਗਾ ਸਪਾਂਸਰ ਦਾ ਤਾਂ ਯੈਸ ਕਰ ਦੇਣਾ, ਜੇ ਨਹੀਂ ਹੋਇਆ ਸੀ ਤਾਂ ਨੋ ਕਰ ਦੇਣਾ। ਹੈਵ ਯੂ ਦਾ ਸਪਾਂਸਰ ਐਵਰ ਪ੍ਰੀਵੀਅਸਲੀ ਬੀਨ ਇਨ ਅ ਕਾਮਨ ਲਾਅ ਰਿਲੇਸ਼ਨਸ਼ਿਪ। ਹੁਣ ਕਾਮਨ ਲਾਅ ਜਿਹੜਾ ਰਿਲੇਸ਼ਨਸ਼ਿਪ ਹੈਗਾ ਉਹ ਬਹੁਤ ਕਾਮਨ ਹੈ ਕੈਨੇਡਾ ਦੇ ਵਿੱਚ। ਕਈਆਂ ਨੂੰ ਨਹੀਂ ਪਤਾ ਕਾਮਨ ਲਾਅ ਰਿਲੇਸ਼ਨਸ਼ਿਪ ਹੁੰਦਾ ਕੀ ਹੈ। ਕਿ ਹੁਣ ਜਿਵੇਂ ਕਿ ਤੁਸੀਂ ਕੈਨੇਡਾ ਦਾ ਜਿਹੜਾ ਸਪਾਂਸਰ ਰਹਿ ਰਿਹਾ ਹੈ ਕਿ ਉਹ ਕਿਸੇ ਨਾਲ ਬਿਨਾਂ ਵਿਆਹ ਕਰਾਏ, ਜਿਵੇਂ ਲਿਵਿੰਗ ਰਿਲੇਸ਼ਨਸ਼ਿਪ 'ਚ ਆਪਾਂ ਰਹਿੰਦੇ ਹਾਂ, ਉਹਨੂੰ ਕਾਮਨ ਲਾਅ ਰਿਲੇਸ਼ਨਸ਼ਿਪ ਕਹਿ ਦਿੰਦੇ ਆ। ਅਗਲਾ ਫਾਰਮ ਹੈਗਾ ਐਮਪਲੋਇਮੈਂਟ ਐਂਡ ਸੋਰਸ ਆਫ ਇਨਕਮ। ਹੁਣ ਤੁਸੀਂ ਜਿਹੜਾ ਤੁਹਾਡਾ ਸਪਾਂਸਰ ਹੈਗਾ ਤੁਹਾਨੂੰ ਸਪਾਂਸਰ ਕਰ ਰਿਹਾ ਇੰਡੀਆ ਤੋਂ, ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ,
ਉਹਦਾ ਉਹਨਾਂ ਨੇ ਪੁੱਛਿਆ ਕਿ ਉਹ ਕੀ ਕੰਮ ਕਰਦਾ, ਉਹਦੀ EMPLOYMENT ਸੋਰਸ ਕੀ ਹੈ, ਉਹਦੀ ਇਨਕਮ ਦਾ ਸੋਰਸ ਕੀ ਹੈ। ਉਹਨੇ ਆਪਣਾ ਪ੍ਰੂਵ ਕਰਨਾ ਕਿ ਉਹ ਉੱਥੇ ਕੈਨੇਡਾ ਵਿੱਚ ਕੰਮ ਕੀ ਕਰ ਰਿਹਾ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਸਪੈਸੀਫਿਕ ਇਨਕਮ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਹਾਡਾ ਸਪਾਊਸ ਜਿਹੜਾ ਆ ਉਹਦੀ ਇਨਕਮ ਇੰਨੀ ਹੋਣੀ ਚਾਹੀਦੀ ਆ, ਬਟ ਫਿਰ ਵੀ ਉਹਨਾਂ ਨੇ ਤੁਸੀਂ ਇਹ ਦਿਖਾਉਣਾ ਹੈ ਕਿ ਮੈਂ ਆਲਰੇਡੀ ਕੰਮ ਕਰ ਰਿਹਾ, ਵੀ ਮੈਂ ਕਿਸੇ ਦੇ ਸਰਕਾਰ ਤੇ ਜਾਂ ਗਵਰਨਮੈਂਟ ਤੇ ਕੋਈ ਮੈਂ ਹੋਰ ਚੀਜ਼ ਨਹੀਂ ਲੈ ਰਿਹਾ, ਵੀ ਮੈਂ ਡਿਪੈਂਡੈਂਟ ਨਹੀਂ ਹੈਗਾ ਕਿਸੇ ਤੇ, ਵੀ ਮੈਂ ਕੰਮ ਕਰਕੇ ਆਪਦਾ ਆਪ ਸਾਰਾ ਕੁਝ ਕਰ ਰਿਹਾ। ਇਸ ਕਰਕੇ ਤੁਹਾਨੂੰ ਉਹਦੀ EMPLOYMENT ਲੈਟਰ ਕੰਮ ਤੋਂ ਲੈ ਕੇ ਲਗਾਉਣੀ ਪੈਣੀ ਹੈ। ਤੇ ਦੂਜੇ ਨੰਬਰ ਤੇ ਤੁਸੀਂ ਜਿਹੜਾ ਆ ਨੋਟਿਸ ਆਫ ਅਸੈਸਮੈਂਟ ਜਿਹੜਾ ਹੁੰਦਾ ਆ ਕੈਨੇਡੀਅਨ ਰੈਵਨਿਊ ਏਜੰਸੀ ਤੋਂ ਤੁਹਾਨੂੰ ਇਹ ਮਿਲਦਾ ਨੋਟਿਸ ਆਫ ਅਸੈਸਮੈਂਟ। ਜੋ ਵੀ ਤੁਸੀਂ ਟੈਕਸ ਭਰਦੇ ਹੋ ਤੁਹਾਨੂੰ ਇੱਕ ਨੋਟਿਸ ਆਫ ਅਸੈਸਮੈਂਟ ਇਸ਼ੂ ਹੋ ਜਾਂਦਾ ਜਿੱਤੇ ਲਿਖਿਆ ਹੁੰਦਾ ਤੁਹਾਡੀ ਇਨਕਮ ਕਿੰਨੀ ਹੈ। ਤੁਸੀਂ ਉਹ ਫਾਰਮ ਵੀ ਜਿਹੜਾ ਰੀਸੈਂਟ ਜਿਹੜਾ ਨੋਟਿਸ ਆਫ ਅਸੈਸਮੈਂਟ ਆ ਉਸ ਸਾਲ ਦਾ, ਜੇ ਤੁਸੀਂ ਹੁਣ 2022 ਦੇ ਵਿੱਚ ਤੁਸੀਂ ਫਾਈਲ ਲਾਉਣੀ ਹੈ, ਤੁਹਾਨੂੰ 2021 ਦਾ ਤੁਹਾਨੂੰ ਜਿਹੜਾ ਵਾ ਨੋਟਿਸ ਆਫ ਅਸੈਸਮੈਂਟ ਜਿਹੜਾ ਤੁਸੀਂ ਟੈਕਸ ਭਰਿਆ ਹੋਣਾ ਚਾਹੀਦਾ, ਉਹ ਤੁਸੀਂ ਨੋਟਿਸ ਅਸੈਸਮੈਂਟ ਜਿਹੜਾ ਵਾ ਤੁਸੀਂ ਉਹਦੇ ਨਾਲ ਲਗਾ ਦੇਣਾ। ਅਗਲੇ ਜਿਹੜੇ ਫਾਰਮ ਹੈਗੇ ਆ ਸਪੋਰਟਿੰਗ ਡਾਕੂਮੈਂਟ ਫॉर ਸਪਾਂਸਰਡ ਪਰਸਨ, ਜਿਹਨੂੰ ਕਿ ਆਪਾਂ ਪ੍ਰਿੰਸੀਪਲ ਐਪਲੀਕੈਂਟ ਵੀ ਕਹਿੰਦੇ ਆ। ਜਿਹੜਾ ਕਿ ਮੇਨ ਜਿਹੜਾ ਡਾਕੂਮੈਂਟ ਆ ਉਹ ਆਪਾਂ ਨੂੰ ਚਾਹੀਦਾ ਹੁੰਦਾ ਕਰੰਟ ਪਾਸਪੋਰਟ। ਕਰੰਟ ਪਾਸਪੋਰਟ ਜਿਹੜਾ ਕਿ ਤੁਹਾਡਾ ਸਪਾਂਸਰਡ ਪਰਸਨ ਜਿਹੜਾ ਕਿ ਤੁਹਾਡਾ ਪ੍ਰਿੰਸੀਪਲ ਐਪਲੀਕੈਂਟ ਜਿਹੜਾ ਕਿ ਇੰਡੀਆ ਦੇ ਵਿੱਚ ਹੈ, ਉਹਨਾਂ ਦੀ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਹੈ, ਜਿਹਦੇ ਉੱਤੇ ਉਹਨਾਂ ਦਾ ਫਰੰਟ ਪੇਜ ਦੀ ਕਾਪੀ ਤੇ ਬੈਕ ਪੇਜ ਜਿਹਦੇ ਉੱਤੇ ਉਹਨਾਂ ਦੀ ਸਾਰੀ ਡਿਟੇਲ ਲਿਖੀ ਹੋਵੇ, ਜਿੱਤੇ ਫਰੰਟ ਪੇਜ ਤੇ ਥੋੜਾ ਉਹਨਾਂ ਦਾ ਨਾਮ, ਡੇਟ ਆਫ ਬਰਥ ਹੋਵੇ, ਬੈਕ ਪੇਜ ਤੇ ਉਹਨਾਂ ਦਾ ਮਦਰ ਨੇਮ, ਫਾਦਰ ਨੇਮ, ਕੋਈ ਸਪਾਊਸ ਨੇਮ, ਸਾਰੀ ਇਨਫੋਰਮੇਸ਼ਨ ਜਿਹੜੀ ਫਰੰਟ ਤੇ ਬੈਕ ਪੇਜ ਦੀ ਫੋਟੋ ਕਾਪੀ ਸੇਮ ਪੇਜ ਦੇ ਕਰਕੇ ਤੁਹਾਨੂੰ ਨਾਲ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਬਰਥ ਸਰਟੀਫਿਕੇਟ ਜਿਹੜਾ ਤੁਹਾਡਾ ਪ੍ਰਿੰਸੀਪਲ ਐਪਲੀਕੈਂਟ ਦਾ ਬਰਥ ਸਰਟੀਫਿਕੇਟ ਲੈਣਾ, ਜਿਹੜਾ ਕਿ ਤੁਹਾਡਾ ਸਪਾਊਸ ਇੰਡੀਆ ਦੇ ਵਿੱਚ ਹੈ ਉਹਦਾ ਬਰਥ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ। ਉਹ ਬਰਥ ਸਰਟੀਫਿਕੇਟ ਤੁਸੀਂ ਆਪਣੀ, ਜੇ ਤੁਹਾਡਾ ਕਿਸੇ ਹੋਰ ਲੈਂਗੁਏਜ ਦੇ ਵਿੱਚ ਹੈਗਾ, ਜਿਵੇਂ ਕਿ ਮੇਰਾ ਪੰਜਾਬੀ ਦੇ ਵਿੱਚ ਸੀਗਾ, ਉਸ ਸਰਟੀਫਿਕੇਟ ਨੂੰ ਫਿਰ ਆਪਾਂ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਾਉਣਾ ਪੈਂਦਾ। ਉਹ ਸਰਟੀਫਿਕੇਟ ਨੂੰ ਇੰਗਲਿਸ਼ ਟ੍ਰਾਂਸਲੇਟ ਤੁਸੀਂ ਕਰਾ ਸਕਦੇ ਹੋ ਇੰਡੀਆ ਦੇ ਵਿੱਚ ਜਿਹੜੇ ਕੋਰਟ ਦੇ ਵਿੱਚ ਹੁੰਦੇ ਨੇ, ਉੱਥੋਂ ਕਿਸੇ ਤੋਂ ਵੀ ਜਾ ਕੇ ਆਪਣਾ ਇੰਗਲਿਸ਼ ਦੇ ਵਿੱਚ ਕਰਵਾ ਕੇ ਤੇ ਤੁਸੀਂ ਉਹਨੂੰ ਨੋਟਰੀ ਅਟੈਸਟ ਕਰਵਾ ਕੇ ਫਿਰ ਲਗਾਉਣਾ। ਨਾਲ ਤੁਸੀਂ ਓਰੀਜਨਲ ਦੀ ਫੋਟੋ ਕਾਪੀ ਤੇ ਜਿਹੜਾ ਪੰਜਾਬੀ 'ਚ ਸੀਗਾ ਉਹ, ਤੇ ਨਾਲ ਜਿਹੜਾ ਤੁਸੀਂ ਆਲਰੇਡੀ ਟ੍ਰਾਂਸਲੇਸ਼ਨ ਕਰਵਾਈ ਆ ਨੋਟਰੀ ਕਰਾ ਕੇ, ਦੋਨੇ ਚੀਜ਼ਾਂ ਨਾਲ ਤੁਸੀਂ ਅਟੈਚ ਕਰਨੀਆਂ ਨੇ, ਤਾਂ ਕਿ ਜਿਹੜਾ ਤੁਸੀਂ ਉਹਨਾਂ ਨੂੰ ਪ੍ਰੂਵ ਕਰ ਸਕੋ ਕਿ ਇਹ ਮੇਰਾ ਹੀ ਬਰਥ ਸਰਟੀਫਿਕੇਟ ਹੈ, ਇਹ ਇੰਗਲਿਸ਼ ਦੇ ਵਿੱਚ ਮੈਂ ਟ੍ਰਾਂਸਲੇਟ ਕਰਵਾਇਆ। ਅਗਲੇ ਨੰਬਰ 2 ਤੇ ਡਾਕੂਮੈਂਟ ਜਿਹੜਾ ਨੇ ਹੈਗਾ ਪੁੱਛਿਆ ਸਿਵਲ ਸਟੇਟਸ ਡਾਕੂਮੈਂਟ। ਇਫ ਯੂ ਆਰ ਲੀਗਲੀ ਮੈਰਿਡ ਟੂ ਸਪਾਂਸਰ ਪ੍ਰੋਵਾਈਡ ਦਾ ਮੈਰਿਜ ਸਰਟੀਫਿਕੇਟ। ਹੁਣ ਕਹਿੰਦੇ ਜੇ ਤੁਸੀਂ ਲੀਗਲ ਮੈਰਿਜ ਕੀਤੀ ਆ ਆਪਣੀ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਤੁਹਾਡਾ ਉਸ ਕੰਟਰੀ ਵਿੱਚ ਤੁਹਾਡਾ ਇੱਕ ਮੈਰਿਜ ਸਰਟੀਫਿਕੇਟ ਬਣ ਜਾਂਦਾ। ਮੈਰਿਜ ਸਰਟੀਫਿਕੇਟ ਉਹ ਤੁਸੀਂ ਉਹਦੇ ਨਾਲ ਜ਼ਰੂਰ ਅਟੈਚ ਕਰਨਾ, ਉਹਦੀ ਵੀ ਫੋਟੋ ਕਾਪੀ ਕਰਕੇ ਮੈਰਿਜ ਸਰਟੀਫਿਕੇਟ ਦੀ, ਤੇ ਉਹਨੂੰ ਅਟੈਸਟ ਕਰਵਾ ਕੇ, ਨੋਟਰੀ ਅਟੈਸਟ ਕਰਵਾ ਕੇ ਉਹ ਉਹਦੇ ਨਾਲ ਤੁਸੀਂ ਅਟੈਚ ਕਰ ਦੇਣਾ। ਤੇ ਅਗਲਾ ਉਹਨਾਂ ਨੇ ਪੁੱਛਿਆ ਹੋਇਆ ਪ੍ਰੀਵੀਅਸ ਰਿਲੇਸ਼ਨਸ਼ਿਪ, ਵੀ ਤੁਹਾਡਾ ਕਦੀ ਪਹਿਲਾਂ ਵਿਆਹ ਹੋਇਆ ਹੋਵੇ, ਤੁਹਾਡਾ ਕੋਈ ਪਹਿਲਾਂ ਹੋਰ ਕੋਈ ਰਿਲੇਸ਼ਨਸ਼ਿਪ ਹੋਵੇ, ਤੁਸੀਂ ਉਸ ਦੀ ਜਾਣਕਾਰੀ ਇਸ ਫਾਰਮ ਦੇ ਵਿੱਚ ਦੱਸ ਦੇਣੀ ਹੈ, ਵੀ ਤੁਹਾਡਾ ਕਿਸੇ ਨਾਲ ਪਹਿਲਾਂ ਵਿਆਹ ਹੋਇਆ ਸੀ ਤੇ ਤੁਸੀਂ ਉਹਨਾਂ ਨਾਲ ਡਿਵੋਰਸ ਹੋਇਆ ਜਾਂ ਨਹੀਂ ਹੋਇਆ, ਉਹਦੇ ਬਾਰੇ। ਜੇ ਤੁਹਾਡਾ ਪਹਿਲੀ ਮੈਰਿਜ ਹੈ, ਜਿਵੇਂ ਕਿ ਮੇਰਾ ਕੇਸ ਆ ਕਿ ਮੇਰਾ ਫਸਟ ਮੈਰਿਜ ਸੀਗੀ, ਤੇ ਇਹਦੇ ਵਿੱਚ ਮੈਂ ਕਰਤਾ ਕਿ ਨਨ ਆਫ ਦ ਅਬਵ ਅਪਲਾਈ ਟੂ ਵੀ, ਮੈਨੂੰ ਇਹਦੇ ਵਿੱਚੋਂ ਕੋਈ ਵੀ ਚੀਜ਼ ਮੇਰੇ ਲਈ ਅਪਲਾਈ ਨਹੀਂ ਹੁੰਦੀ ਕਿਉਂਕਿ ਮੇਰੀ ਇਹ ਫਸਟ ਮੈਰਿਜ ਹੈ। ਹੁਣ ਥਰਡ ਫਾਰਮ ਜਿਹੜਾ ਹੈਗਾ ਉਹ ਹੈਗਾ ਐਡੀਸ਼ਨਲ ਇਨਫੋਰਮੇਸ਼ਨ ਅਬਾਊਟ ਚਿਲਡਰਨ। ਹੁਣ ਇਹ ਫਾਰਮ ਦੇ ਵਿੱਚ ਵੀ ਉਹਨਾਂ ਨੇ ਇਹੀ ਆਪਣੇ ਤੁਹਾਡੇ ਡਿਪੈਂਡੈਂਟ ਚਿਲਡਰਨ ਬਾਰੇ ਪੁੱਛਿਆ ਹੋਇਆ ਕਿ ਤੁਹਾਡਾ ਕੋਈ ਹੋਰ ਡਿਪੈਂਡੈਂਟ ਚਿਲਡਰਨ ਸੀਗਾ ਜਾਂ ਤੁਹਾਡਾ ਕੋਈ ਚਾਈਲਡ ਹੈਗਾ ਜਿਹਨੇ ਤੁਹਾਡੇ ਨਾਲ ਕੈਨੇਡਾ ਤੁਹਾਡੇ ਨਾਲ ਕੰਪਨੀ ਕਰਨਾ, ਤੁਸੀਂ ਨਾਲ ਉਹਨੂੰ ਲੈ ਕੇ ਜਾਣਾ ਵਾ, ਉਹਦੇ ਬਾਰੇ ਇਨਫੋਰਮੇਸ਼ਨ ਤੁਸੀਂ ਦੱਸਣੀ ਹੈ। ਪਰ ਜੇ ਤੁਹਾਡਾ ਕੋਈ ਨਹੀਂ ਹੈਗਾ ਤੇ ਤੁਸੀਂ ਸਿੱਧਾ ਇੱਥੇ ਸਾਰੇ ਫਾਰਮਾਂ ਤੇ ਨਾਟ ਐਪਲੀਕੇਬਲ ਲਿਖ ਦੇਣਾ ਹੈ। ਜਿਵੇਂ ਕਿ ਮੇਰੇ ਕੇਸ 'ਚ ਵੀ ਇਦਾਂ ਹੀ ਸੀਗਾ ਕਿ ਮੇਰਾ ਕੋਈ ਡਿਪੈਂਡੈਂਟ ਚਿਲਡਰਨ ਨਹੀਂ ਹੈਗਾ ਤੇ ਮੈਂ ਨਾਟ ਐਪਲੀਕੇਬਲ ਕਰਤਾ। ਨੰਬਰ 4 ਜਿਹੜਾ ਆ ਜਾਂਦਾ ਉਹ ਹੈਗਾ ਪੁਲਿਸ ਸਰਟੀਫਿਕੇਟ ਐਂਡ ਕਲੀਅਰੈਂਸ। ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਬੁਲਾ ਰਹੇ ਹੋ, ਉਹਨਾਂ ਦੇ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਹੁੰਦਾ ਉਸ ਕੰਟਰੀ ਦਾ। ਜਿਵੇਂ ਹੁਣ ਤੁਸੀਂ ਇੰਡੀਆ ਤੋਂ ਬੁਲਾ ਰਹੇ ਹੋ, ਤੁਹਾਨੂੰ ਇੰਡੀਆ ਤੋਂ ਤੁਹਾਨੂੰ ਪੁਲਿਸ ਕਲੀਅਰੈਂਸ ਲੈਣਾ ਪੈਣਾ ਉਸ ਕੰਟਰੀ ਤੋਂ, ਤੇ ਇਹ ਤੁਹਾਡਾ ਨਾਲ ਉਹਦੇ ਵਿੱਚ ਲੱਗਣਾ ਫਾਈਲ ਦੇ ਵਿੱਚ। ਤੇ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਰਹੇ ਹੋ ਅਦਰ ਦੈਨ ਇੰਡੀਆ, ਮੋਰ ਦੈਨ 6 ਮੰਥ ਤੁਸੀਂ ਰਹੇ ਹੋ, ਤੁਹਾਨੂੰ ਉਸ ਕੰਟਰੀ ਤੋਂ ਵੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਲੈਣਾ ਪੈਂਦਾ। ਹੁਣ ਜਿਵੇਂ ਪੁਲਿਸ ਕਲੀਅਰੈਂਸ ਦੀ ਤੁਹਾਨੂੰ ਪੰਜਾਬ ਦੇ ਵਿੱਚ ਤੁਸੀਂ ਪੁਲਿਸ ਕਲੀਅਰੈਂਸ ਲੈਣਾ ਵਾ, ਉਹਦੀ ਇਨਫੋਰਮੇਸ਼ਨ ਵੀ ਮੈਂ ਤੁਹਾਨੂੰ ਦੱਸ ਦੂੰਗਾ ਵੀ ਕਿੱਦਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਵਾ। ਤੇ ਜੇ ਤੁਸੀਂ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਵੀ ਰਹਿ ਰਹੇ ਹੋ, ਕੋਈ ਹੋਰ ਪੰਜਾਬ ਤੋਂ ਬਾਹਰ ਵੀ ਰਹਿ ਰਹੇ ਹੋ, ਉਹਦਾ ਪ੍ਰੋਸੀਜਰ ਵੀ ਤੁਹਾਨੂੰ ਮੈਂ ਦੱਸ ਦੂੰਗਾ ਅਗਲੀ ਵੀਡੀਓ ਦੇ ਵਿੱਚ ਵੀ ਕਿੱਦਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈਦਾ। ਅਗਲਾ ਜਿਹੜਾ ਫਾਰਮ ਹੈਗਾ ਉਹ 'ਚ ਤੁਹਾਨੂੰ ਦੱਸਿਆ ਵੀ ਤੁਸੀਂ ਮਿਲਟਰੀ ਸਰਵਿਸ ਕੋਈ ਕੀਤੀ ਹੈ, ਜੇ ਕਿਸੇ ਨੇ ਕੀਤੀ ਤਾਂ ਯੈਸ ਕਰ ਦੇਣਾ, ਜੇ ਨਹੀਂ ਕੀਤੀ ਤਾਂ ਨੋ ਕਰ ਦੇਣਾ। ਅੱਗੇ ਹੈਗਾ ਤੁਹਾਨੂੰ ਫੋਟੋਜ਼ ਤੁਸੀਂ ਨਾਲ ਅਟੈਚ ਕਰਨੀਆਂ ਨੇ, ਆਪਣੀਆਂ 2 ਫੋਟੋਜ਼ ਲੱਗਦੀਆਂ ਨੇ। ਉਹ ਜਿਹੜੀਆਂ ਫੋਟੋਆਂ ਨੇ ਉਹਦੇ ਵੀ ਇੱਕ ਸਪੈਸੀਫਿਕ ਉਹਦੀ ਰਿਕੁਆਇਰਮੈਂਟ ਹੈ ਕਿ ਇੰਨੇ ਤੋਂ ਇੰਨੇ ਵਾਲੀ ਤੁਹਾਨੂੰ ਫੋਟੋ ਚਾਹੀਦੀ ਹੈ। ਜਿਹੜਾ ਫੋਟੋ ਸਟੂਡੀਓ ਹੁੰਦਾ
ਉਸ ਦੀ ਤੁਹਾਨੂੰ ਪਿੱਛੇ ਉਹਦੇ ਸਟੈਂਪ ਚਾਹੀਦੀ ਹੈ ਤੇ ਨਾਲ ਤੁਹਾਨੂੰ ਡੇਟ ਚਾਹੀਦੀ ਹੈ, ਤੁਸੀਂ ਕਿਹੜੀ ਤਰੀਕ ਨੂੰ ਤੁਸੀਂ ਇਸ ਫੋਟੋ ਨੂੰ ਤੁਸੀਂ ਕਲਿੱਕ ਕੀਤਾ ਸੀਗਾ, ਕਿਹੜੀ ਫੋਟੋ ਖਿਚਾਈ ਸੀਗੀ, ਉਹ ਫੋਟੋਆਂ ਜਿਹੜੀਆਂ ਤੁਹਾਡੀਆਂ ਉਹੀ ਫੋਟੋਆਂ ਨਾਲ ਲੱਗਣੀਆਂ। ਅਗਲਾ ਜਿਹੜਾ ਹੈਗਾ ਮੈਡੀਕਲ ਐਗਜ਼ਾਮੀਨੇਸ਼ਨ, ਤੁਹਾਨੂੰ ਇਸ ਸਟੇਜ ਦੇ ਉੱਤੇ ਫਾਈਲ ਲਾਉਣ ਤੋਂ ਪਹਿਲਾਂ ਤੁਹਾਨੂੰ ਕੋਈ ਮੈਡੀਕਲ ਕਰਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇੱਕ ਸਟੇਜ ਤੋਂ ਬਾਅਦ ਤੁਹਾਡੇ ਤੋਂ ਆਪਣੇ ਆਪ ਹੀ CIC ਜਦੋਂ ਤੁਸੀਂ ਫਾਈਲ ਤੁਸੀਂ ਆਪਣੀ ਸਬਮਿਟ ਕਰਾਤੀ, ਥੋੜੀ ਦੇਰ ਬਾਅਦ ਤੁਹਾਨੂੰ ਆਪਣੇ ਆਪ ਹੀ ਉਹਨਾਂ ਨੇ ਕਹਿਣਾ ਤੁਸੀਂ ਜਾ ਕੇ ਮੈਡੀਕਲ ਆਪਣਾ ਕਰਵਾ ਲਓ। ਬਟ ਇਨ ਕੇਸ ਜੇ ਕਿਸੇ ਨੇ ਮੈਡੀਕਲ ਕਰਾ ਵੀ ਲਿਆ, ਤੁਸੀਂ ਉਸ ਨੂੰ ਆਪਣੀ ਐਪਲੀਕੇਸ਼ਨ ਦੇ ਵਿੱਚ ਲਗਾ ਸਕਦੇ ਹੋ। ਤੁਸੀਂ ਉਹਦੇ ਵਿੱਚ ਤੁਹਾਡਾ ਦੱਸਿਆ ਹੋਇਆ ਕਿ ਤੁਸੀਂ ਆਪਣੇ ਨੇਮ ਆਫ ਪੈਨਲ ਫਿਜ਼ੀਸ਼ੀਅਨ ਦਾ ਨਾਮ ਲਿਖ ਦੇਣਾ, ਇੱਥੇ ਮੈਡੀਕਲ ਕਿੱਥੋਂ ਕਰਾਇਆ ਸੀਗਾ ਤੇ ਕਿਹੜੀ ਤਰੀਕ ਨੂੰ ਕਰਵਾਇਆ ਸੀਗਾ, ਇਹ ਤੁਸੀਂ ਨਾਲ ਉੱਥੇ ਆਪਣਾ ਦੱਸਣਾ ਹੈ। ਪਰ ਤੁਸੀਂ ਇੱਕ ਗੱਲ ਇਹ ਨੋਟ ਕਰ ਲਿਓ ਕਿ ਜਿਹੜੇ ਮੈਡੀਕਲ ਜਿਹੜੇ ਤੁਸੀਂ ਆਲਰੇਡੀ ਕਰਵਾ ਚੁੱਕੇ ਹੋ ਉਹ ਸਿਰਫ 1 ਸਾਲ ਲਈ ਹੀ ਵੈਲਿਡ ਹੁੰਦਾ ਆ, ਉਸ ਤੋਂ ਵੱਧ ਵੈਲਿਡ ਨਹੀਂ ਹੁੰਦਾ। ਜੇ 1 ਸਾਲ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਨੂੰ ਲੱਗ ਜਾਂਦਾ ਆ, ਤੁਹਾਨੂੰ ਰੀਸਬਮਿਟ ਕਰਨਾ ਪੈਣਾ ਮੈਡੀਕਲ ਦੁਆਰਾ, ਤੋਂ ਫਿਰ ਦੁਬਾਰਾ ਤੁਹਾਡੇ ਤੋਂ ਉਹ ਮੰਗਵਾਉਣਗੇ ਮੈਡੀਕਲ। ਅਗਲਾ ਫਾਰਮ ਹੈਗਾ ਫਾਰਮ ਨੰਬਰ 7, ਪ੍ਰੂਫ ਆਫ ਰਿਲੇਸ਼ਨਸ਼ਿਪ ਟੂ ਯੂਅਰ ਸਪਾਂਸਰ। ਹੁਣ ਤੁਸੀਂ ਆਪਣਾ ਸਾਰਾ ਕੁਝ ਦੱਸਤਾ, ਆਪਣੀ ਇਨਫੋਰਮੇਸ਼ਨ ਦੇਤੀ ਹੈ, ਹੁਣ ਤੁਸੀਂ ਪ੍ਰੂਵ ਕਰਨਾ ਹੈ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈਗਾ, ਜਿਹੜਾ ਤੁਸੀਂ ਵਿਆਹ ਕਰਾਇਆ ਤੁਸੀਂ ਆਪਣੇ ਸਪਾਊਸ ਨਾਲ, ਉਹ ਥੋੜਾ ਜੈਨੂਨ ਹੈਗਾ ਕਿ ਨਹੀਂ। ਹੁਣ ਉਸ ਦੇ ਸਪੋਰਟਿੰਗ ਡਾਕੂਮੈਂਟ ਜਿਹੜੇ ਤੁਸੀਂ ਹੈ ਉਹ ਆਪਣੇ ਸਬਮਿਟ ਕਰਨੇ ਆ। ਵੀ ਉਹਦੇ ਲਈ ਤੁਹਾਨੂੰ ਦੱਸਦਾ ਮੈਂ ਕੀ ਲੱਗਣਾ। ਹੁਣ ਉਹਦੇ ਵਿੱਚ ਆਰ ਯੂ ਐਂਡ ਯੂਅਰ ਸਪਾਂਸਰ ਕਰੰਟਲੀ ਲਿਵਿੰਗ ਟੂਗੈਦਰ। ਹੁਣ ਜੇ ਤੁਸੀਂ ਤਾਂ ਇਕੱਠੇ ਰਹਿ ਰਹੇ ਹੋ, ਆਊਟਲੈਂਡ ਐਪਲੀਕੇਸ਼ਨ ਦੇ ਵਿੱਚ ਮੋਸਟਲੀ ਇਹ ਹੁੰਦਾ ਕਿ ਤੁਸੀਂ ਇਕੱਠੇ ਨਹੀਂ ਰਹਿ ਰਹੇ, ਕਿਉਂਕਿ ਤੁਹਾਡਾ ਸਪਾਊਸ ਜਿਹੜਾ ਵਾ ਉਹ ਇੰਡੀਆ ਵਿੱਚ ਆ ਤੇ ਜਿਹੜਾ ਸਪਾਂਸਰਡ ਪਰਸਨ ਆ ਉਹ ਕੈਨੇਡਾ ਦੇ ਵਿੱਚ ਹੁੰਦਾ। ਇਹਦੇ ਵਿੱਚ ਆਪਾਂ ਕਰ ਦੇਣਾ ਕਿ ਨੋ, ਕਿ ਅਸੀਂ ਇਕੱਠੇ ਨਹੀਂ ਰਹਿ ਰਹੇ। ਜੇ ਤੁਸੀਂ ਇਕੱਠੇ ਨਹੀਂ ਰਹਿ ਰਹੇ ਫਿਰ ਤੁਸੀਂ ਉਹਨਾਂ ਨੂੰ ਪ੍ਰੂਵ ਕਰਨਾ ਹੁੰਦਾ ਹੈ ਕਿ ਤੁਹਾਡਾ ਪ੍ਰੂਫ ਆਫ ਕੰਟੈਕਟ ਕੀ ਹੈ, ਕਿ ਤੁਸੀਂ ਹੁਣ ਜੇ ਤੁਸੀਂ ਦੂਰ ਰਹਿ ਰਹੇ ਹੋ ਇੱਕ ਦੂਜੇ ਤੋਂ, ਤੁਸੀਂ ਟੈਕਸਟ ਮੈਸੇਜ ਕਰਦੇ ਹੋ ਇੱਕ ਦੂਜੇ ਨਾਲ, ਤੁਸੀਂ ਲੈਟਰਸ ਨਾਲ ਕਮਿਊਨੀਕੇਟ ਕਰਦੇ ਹੋ, ਤੁਸੀਂ ਈਮੇਲ ਰਾਹੀਂ ਕਰਦੇ ਹੋ, ਤੁਸੀਂ ਸੋਸ਼ਲ ਮੀਡੀਆ ਰਾਹੀਂ ਜਿਵੇਂ ਤੁਸੀਂ WhatsApp ਕਾਲ ਕਰਦੇ ਹੋ ਜਾਂ ਤੁਸੀਂ ਫੋਨ ਕਾਲ ਕਰਦੇ ਹੋ ਇੱਕ ਦੂਜੇ ਨੂੰ ਕਮਿਊਨੀਕੇਟ ਕਰਨ ਵਾਸਤੇ, ਤੁਹਾਨੂੰ ਉਹਦਾ ਸਾਰਾ ਡਾਟਾ ਜਿਹੜਾ ਵਾ ਪ੍ਰੋਵਾਈਡ ਕਰਨਾ ਪੈਂਦਾ ਆ। ਕਿ ਤੁਸੀਂ ਟੈਕਸਟ ਮੈਸੇਜ ਕੀਤਾ ਤਾਂ ਤੁਹਾਨੂੰ ਦਿਖਾਉਣਾ ਪੈਂਦਾ ਕਿ ਤੁਸੀਂ ਟੈਕਸਟ ਮੈਸੇਜ ਕਰਦੇ ਹੋ, ਕਿੰਨੇ ਰੈਗੂਲਰਲੀ ਕਰ ਰਹੇ ਹੋ। ਉਹ ਟੈਕਸਟ ਮੈਸੇਜਾਂ ਦੀ ਫੋਟੋ ਕਾਪੀ ਜਿਹੜੀ ਹੈ ਤੁਹਾਨੂੰ ਦਿਖਾਉਣੀ ਪੈਂਦੀ ਹੈ। ਜਿਵੇਂ ਤੁਸੀਂ ਸਨੈਪਚੈਟ 'ਤੇ ਵੀ ਚੈਟ ਕਰਦੇ ਹੋ ਜਾਂ WhatsApp 'ਤੇ ਚੈਟ ਕਰਦੇ ਹੋ, ਉਸ ਦੀ ਤੁਹਾਨੂੰ WhatsApp ਦੀ ਚੈਟ ਜਿਹੜੀ ਕਾਪੀ ਆ ਉਹ ਨਾਲ ਲਗਾਉਣੀ ਪੈਂਦੀ ਹੈ। ਤੇ ਇਹ ਜਿਹੜੇ ਮੈਕਸਿਮਮ 10 ਪੇਜ ਹੀ ਆਪਾਂ ਲਗਾਉਣੇ ਹੁੰਦੇ। ਇਹ ਨਹੀਂ ਕਿ ਆਪਾਂ 2 ਸਾਲ ਜਾਂ ਆਪਾਂ 1.5 ਸਾਲ ਗੱਲ ਕਰਦੇ ਰਹੇ ਹਾਂ ਤੇ ਆਪਾਂ ਸਾਰੀ ਉਹ ਚੈਟ ਲਗਾ ਦੇਣੀ ਹੈ। ਜਿਹੜੀ ਮੇਨ ਜਿਹੜੀ ਚੈਟ ਹੁੰਦੀ ਹੈ, ਰੀਸੈਂਟ ਚੈਟ ਹੁੰਦੀ ਹੈ, 10 ਪੇਜ ਜਿਹੜੇ ਆਪਾਂ ਉਹ ਸ਼ੋਅ ਕਰ ਦਿੰਦੇ ਕਿ ਅਸੀਂ ਇੱਦਾਂ ਸਾਡਾ ਮੋਡ ਆਫ ਕਮਿਊਨੀਕੇਸ਼ਨ ਜਿਹੜਾ ਹੁਣ ਇਸ ਤਰ੍ਹਾਂ ਦਾ ਹੈਗਾ। ਤੇ ਅਗਲਾ ਜਿਹੜਾ ਹੈਗਾ ਤੁਹਾਨੂੰ ਪ੍ਰੂਫ ਸ਼ੋਅ ਕਰਨਾ ਪੈਂਦਾ ਆਪਣੇ ਰਿਲੇਸ਼ਨਸ਼ਿਪ ਦਾ, ਕਿ ਜਿਹੜਾ ਸਪਾਂਸਰਡ ਪਰਸਨ ਸੀਗਾ, ਜਿਵੇਂ ਜਿਹੜਾ ਤੁਹਾਨੂੰ ਕੈਨੇਡਾ ਤੋਂ ਸਪਾਂਸਰ ਕਰ ਰਿਹਾ, ਉਹ ਜਦੋਂ ਉਹਨਾਂ ਨੇ ਵਿਆਹ ਕਰਾਇਆ ਉਹ ਤੁਹਾਨੂੰ ਉਹਨੇ ਵਿਜ਼ਿਟ ਕੀਤਾ ਇੰਡੀਆ ਦੇ ਵਿੱਚ, ਵੀ ਉਹ ਜਦੋਂ ਵਿਜ਼ਿਟ ਕੀਤਾ ਸੀਗਾ ਵੀ ਉਹ 에ਅਰਲਾਈਨ ਟਿਕਟਾਂ ਦੀ ਕਾਪੀ ਉਹਨਾਂ ਦੀ ਨਾਲ ਲੱਗਣੀ ਹੈ, ਟਿਕਟ ਦੀ ਕਾਪੀ ਹੋ ਗਈ, ਜਾਂ ਉਹਨਾਂ ਦੀ ਪਾਸਪੋਰਟ ਜਿਹੜੀ ਸਟੈਂਪ ਲੱਗੀ ਹੁੰਦੀ ਹੈ, ਜਿਵੇਂ ਕਿ ਅਰਾਈਵਲ ਤੇ ਡਿਪਾਰਚਰ ਦੀ ਸਟੈਂਪ ਆ, ਜਿਵੇਂ ਹੁਣ ਅਰਾਈਵ ਕੀਤੇ ਇੰਡੀਆ ਦੇ ਵਿੱਚ, ਅਰਾਈਵ ਕੀਤੇ ਇੰਨੀ ਤਰੀਕ ਨੂੰ, ਵਿਆਹ ਵਾਸਤੇ ਗਏ ਸੀਗੇ, ਤੇ ਉਹ ਸਾਰੇ ਜਿਹੜੇ ਪ੍ਰੂਫ ਨੇ ਡਿਪਾਰਚਰ ਦੇ ਵੀ ਕਿੰਨੀ ਤਰੀਕ ਨੂੰ ਵਾਪਸ ਆਏ ਤੁਸੀਂ, ਉਹ ਸਟੈਂਪਾਂ ਜਿਹੜੀਆਂ ਪਾਸਪੋਰਟ ਤੇ ਲੱਗੀਆਂ ਹੁੰਦੀਆਂ ਉਹਨਾਂ ਦੀ ਫੋਟੋ ਕਾਪੀ ਵੀ ਨਾਲ ਲਾਣੀ ਤੁਹਾਨੂੰ ਜ਼ਰੂਰੀ ਹੈ। Is this a first marriage for both of you and your sponsor? ਹੁਣ ਤੁਸੀਂ ਦੱਸਣਾ ਕਿ ਜਿਹੜੀ ਤੁਹਾਡੇ ਦੋਨਾਂ ਦੀ ਇਹ ਮੈਰਿਜ ਹੈ, ਦੋਨਾਂ ਵਾਸਤੇ ਤੁਹਾਡੀ ਫਸਟ ਮੈਰਿਜ, ਦੋਨਾਂ ਦੀ ਫਸਟ ਮੈਰਿਜ ਹੀ ਹੈ। ਹੁਣ ਤੁਸੀਂ ਦੱਸਣਾ ਹੈ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਡੇਟ ਜਿਸ ਦਿਨ ਤੁਸੀਂ ਆਪਣੀ ਫਾਈਲ ਲਗਾਈ ਹੈ ਉਸ ਦਿਨ ਤੋਂ ਪਹਿਲਾਂ ਤੁਹਾਨੂੰ 2 ਸਾਲ ਹੋ ਗਿਆ ਵਿਆਹ ਤੋਂ ਪਹਿਲਾਂ ਕਿ ਨਹੀਂ ਹੋ ਗਏ ਤੁਹਾਡੇ ਵਿਆਹ ਹੋਏ। ਤੁਸੀਂ ਜੇ ਤਾਂ ਹੋ ਗਏ ਆ 2 ਸਾਲ ਤਾਂ ਯੈਸ ਕਰ ਦੇਣਾ, ਜੇ ਨਹੀਂ ਹੋਏ ਤਾਂ ਨੋ ਕਰ ਦੇਣਾ। ਜੇ ਹੁਣ ਤੁਸੀਂ ਲਾਸਟ ਜਿਹੜੇ 4 ਕੁਐਸਚਨ ਸੀ ਤੁਸੀਂ ਉਹਨਾਂ ਬਾਰੇ ਯੈਸ ਨਹੀਂ ਕੀਤਾ, ਤੁਸੀਂ ਫਿਰ ਹੋਰ ਪ੍ਰੂਫ ਜਿਹੜੇ ਆਪਣੇ ਨੇ ਉਹ ਕਿਹੜੇ ਲਾਉਣੇ ਆ, ਉਹ ਤੁਸੀਂ ਦੱਸਣਾ ਹੈ ਕਿ ਫੋਟੋ ਕਾਪੀਜ਼ ਆਫ ਯੂਰ ਵੈਡਿੰਗ ਸੈਰੇਮਨੀ ਔਰ ਕਸਟਮਰੀ ਸੈਲੀਬ੍ਰੇਸ਼ਨ, ਇੰਗੇਜਮੈਂਟ ਔਰ ਆਊਟਿੰਗ। ਤੁਸੀਂ ਆਪਣੇ ਵਿਆਹ ਦੇ ਕਾਰਡ ਤੁਸੀਂ ਲਗਾ ਸਕਦੇ ਹੋ, ਤੁਸੀਂ ਆਪਣੀ ਇੰਗੇਜਮੈਂਟ ਦੀ ਫੋਟੋਆਂ ਲਾ ਸਕਦੇ ਹੋ, ਤੁਸੀਂ ਬਾਹਰ ਕਿਤੇ ਘੁੰਮਣ ਗਏ, ਹਨੀਮੂਨ ਤੇ ਗਏ ਸੀਗੇ ਕਿਤੇ ਵੀ, ਤੁਸੀਂ ਉਸ ਦੀਆਂ ਫੋਟੋਆਂ ਲਾ ਸਕਦੇ ਹੋ, ਤੁਸੀਂ ਕਿਸੇ ਹੋਟਲ ਦੇ ਵਿੱਚ ਰਹੇ ਸੀਗੇ ਇਕੱਠੇ ਹਨੀਮੂਨ ਤੇ ਗਏ ਹੋ, ਉਸ ਦਾ ਬਿੱਲ ਤੁਸੀਂ ਉਹ ਲਗਾ ਸਕਦੇ ਹੋ, ਫੋਟੋਆਂ ਜਿਹੜੀਆਂ ਹੈਗੀਆਂ ਨੇ ਵਿਆਹ ਵਾਲੀਆਂ ਉਹ ਲਗਾ ਸਕਦੇ ਹੋ, ਤੁਸੀਂ ਆਪਣੀ ਰਿੰਗ ਸੈਰੇਮਨੀ ਦੀਆਂ ਫੋਟੋਆਂ ਲਗਾ ਸਕਦੇ ਹੋ, ਤੁਹਾਡੀ ਫੈਮਿਲੀ ਗੈਦਰਿੰਗ ਜਿਹੜੀ ਆ ਉਹਦੀਆਂ ਫੋਟੋਆਂ ਲਾ ਸਕਦੇ ਹੋ, ਡਿਫਰੈਂਟ ਟਾਈਮ ਦੀਆਂ। ਇਹ ਜਿਹੜੀਆਂ ਫੋਟੋਆਂ ਨੇ ਤੁਸੀਂ ਜਿਹੜੀਆਂ ਵਿਆਹ ਵਾਲੀਆਂ ਫੋਟੋਆਂ ਜਾਂ ਕਿਤੇ ਆਊਟਿੰਗ ਦੀਆਂ ਫੋਟੋਆਂ ਹੈ ਉਹ ਤੁਸੀਂ ਮੈਕਸਿਮਮ ਫੋਟੋਆਂ 20 ਫੋਟੋਆਂ ਲਗਾ ਸਕਦੇ ਹੋ। ਗੁਰਦੁਆਰੇ ਦੀਆਂ ਫੋਟੋਆਂ ਹੋ ਗਈਆਂ, ਰਿੰਗ ਸੈਰੇਮਨੀ ਦੀਆਂ ਫੋਟੋਆਂ ਹੋ ਗਈਆਂ, ਹੋਰ ਗੈਦਰਿੰਗ ਹੋ ਗਈ ਕੋਈ ਉਹਦੀਆਂ ਫੋਟੋਆਂ ਹੋ ਗਈਆਂ, ਵੈਡਿੰਗ ਵੈਨਿਊ ਦੀਆਂ ਫੋਟੋਆਂ ਹੋ ਗਈਆਂ, ਉਹ ਤੁਸੀਂ ਸਾਰੀਆਂ ਲਗਾ ਸਕਦੇ ਹੋ। ਇਹਦੇ ਤੋਂ ਇਲਾਵਾ ਤੁਸੀਂ ਜਿਹੜੀ ਇੱਕ ਚੀਜ਼ ਹੋਰ ਲਗਾਉਣੀ ਹੈ ਜਿਹੜੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇੰਪੋਰਟੈਂਟ ਡਾਕੂਮੈਂਟ ਸ਼ੋਇੰਗ
you and your spouse showing that you are recognize each other। ਤੁਹਾਡਾ ਕੋਈ ਇੰਪੋਰਟੈਂਟ ਡਾਕੂਮੈਂਟ ਹੋਵੇ ਜਿੱਥੇ ਤੁਹਾਡੇ ਦੋਨਾਂ ਦਾ ਨਾਮ ਹੋਵੇ ਇਕੱਠਿਆਂ ਦਾ, ਕਿ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਸਾਡਾ ਇੰਪੋਰਟੈਂਟ ਡਾਕੂਮੈਂਟ ਆ ਗਈ ਤੇ ਲਿਖਿਆ ਹੋਇਆ ਕਿ ਦੋਨੇ ਅਸੀਂ ਇੱਕ ਦੂਜੇ ਦੇ ਹਸਬੈਂਡ ਤੇ ਵਾਈਫ ਹੈ। ਜਿੱਦਾਂ ਕਿ ਇੰਡੀਆ ਦੇ ਕੇਸ ਦੇ ਵਿੱਚ ਤੁਸੀਂ ਆਪਣੇ ਪਾਸਪੋਰਟ ਦੀ ਕਾਪੀ ਲਗਾ ਸਕਦੇ ਹੋ ਜਿੱਥੇ ਤੁਹਾਡਾ ਹਸਬੈਂਡ ਦਾ ਨਾਮ ਤੁਸੀਂ ਚੇਂਜ ਕਰਾਇਆ ਹੋਵੇ, ਕਿ ਜਿਵੇਂ ਇੰਡੀਅਨ ਪਾਸਪੋਰਟ ਦੇ ਉੱਤੇ ਲਿਖਿਆ ਹੋਵੇ ਕਿ ਸਪਾਊਸ ਆਫ ਯੂਰ ਜਿਹੜਾ ਵੀ ਤੁਹਾਡਾ ਹੈਗਾ ਉਹਦਾ ਨਾਮ ਉੱਤੇ ਲਿਖਿਆ ਹੋਵੇ, ਜਾਂ ਤੁਹਾਡੇ ਕੋਲ ਪਾਸਪੋਰਟ ਤੁਸੀਂ ਨੇਮ ਚੇਂਜ ਨਹੀਂ ਵੀ ਕਰਾਇਆ, ਤੁਸੀਂ ਆਪਣੇ ਆਧਾਰ ਕਾਰਡ ਦੀ ਜਿਹੜੀ ਕਾਪੀ ਹੈ ਉੱਤੇ ਉਹ ਲਗਾ ਸਕਦੇ ਹੋ। ਉਹ 'ਤੇ ਤੁਸੀਂ ਨਾਮ ਚੇਂਜ ਕਰਵਾਉਣਾ ਤੁਹਾਨੂੰ ਪੈਣਾ ਆਪਣੇ ਸਪਾਊਸ ਦਾ ਵੀ, ਤੁਹਾਡਾ ਵੀ ਹਸਬੈਂਡ ਜਿਹੜਾ ਤੁਹਾਡਾ ਹੈ ਇਹ ਹੈ। ਤੁਸੀਂ ਆਧਾਰ ਕਾਰਡ ਦੀ ਕਾਪੀ ਜਾਂ ਆਪਣੀ ਪਾਸਪੋਰਟ ਦੀ ਕਾਪੀ ਦੋਨਾਂ 'ਚੋਂ ਕੋਈ ਵੀ ਚੀਜ਼ ਲਗਾ ਸਕਦੇ ਹੋ। ਅਤੇ ਜਾਂ ਫਿਰ ਤੁਸੀਂ ਆਪਣਾ ਕੋਈ ਵੀ ਸੋਸ਼ਲ ਮੀਡੀਆ 'ਤੇ ਤੁਹਾਡਾ ਕੋਈ ਫਰੈਂਡ ਹੈ ਜਾਂ ਫੈਮਿਲੀ ਹੈ, ਤੁਸੀਂ ਆਪਣੀਆਂ ਫੋਟੋਆਂ ਪਾਈਆਂ ਹੋਣ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਅਤੇ ਉਹ ਉਸ ਦੇ ਥੱਲੇ ਕੌਮੈਂਟ ਕਿਸੇ ਨੇ ਕੀਤਾ ਹੋਵੇ ਵੀ ਕੰਗਰੈਚੁਲੇਸ਼ਨਸ, ਇਹ ਤੁਸੀਂ ਆਪਣੀ ਇੱਕ ਸਕਰੀਨਸ਼ਾਟ ਲੈ ਕੇ ਉਹਦੀ ਫੋਟੋ ਤੁਸੀਂ ਲੈ ਕੇ ਆਪਣਾ ਫਾਈਲ ਵਿੱਚ ਲਗਾ ਸਕਦੇ ਹੋ। ਅਤੇ ਜਾਂ ਤੁਸੀਂ ਇੰਡੀਆ ਦੇ ਵਿੱਚ ਦੋਨਾਂ ਨੇ ਇਕੱਠਿਆਂ ਨਾਲ ਕੋਈ ਬੈਂਕ ਅਕਾਊਂਟ ਖੁਲਾ ਲਿਆ ਹੋਵੇ, ਤੁਸੀਂ ਉਹ ਵੀ ਸ਼ੋਅ ਕਰ ਸਕਦੇ ਹੋ ਵੀ ਸਾਡਾ ਇਕੱਠਿਆਂ ਦਾ ਬੈਂਕ ਅਕਾਊਂਟ ਹੈ। ਇਹ ਵੀ ਇੱਕ ਇੰਪੋਰਟੈਂਟ ਡਾਕੂਮੈਂਟ ਮੰਨਿਆ ਜਾਂਦਾ ਜਿਹੜਾ ਤੁਸੀਂ ਉਹਦੇ ਵਿੱਚ ਸ਼ੋਅ ਕਰ ਸਕਦੇ ਹੋ। ਅਗਲੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਇਹ ਸਾਰੇ ਫਾਰਮ ਜਿਹੜੇ ਆ ਉਹ ਭਰਨੇ ਕਿਵੇਂ ਹੈ, ਅਤੇ ਇਹਨਾਂ ਦੇ ਵਿੱਚ ਆਪਾਂ ਨੂੰ ਕਿਹੜੀ ਇਨਫੋਰਮੇਸ਼ਨ ਕਿਵੇਂ ਫਿਲ ਆਊਟ ਕਰਨੀ ਹੈ, ਅਤੇ ਇਹ ਫਾਰਮ ਆਪਾਂ ਭੇਜਣੇ ਕਿੱਥੇ, ਕਿਹੜੀ ਜਗ੍ਹਾ ਭੇਜਣੇ ਆ, ਉਹ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ।